ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਲਿਖਤ ਨੰਬਰ 21 ਪੰਥ ਪ੍ਰਸਿੱਧ ਵਿਦਵਾਨ ਅਤੇ ਮਹਾਨ ਕਥਾਵਾਚਕ ਗਿਆਨੀ ਜੋਗਿੰਦਰ ਸਿੰਘ ਆਜ਼ਾਦ ਦੀ ਲਿਖੀ ਹੋਈ ਹੈ। ਨਾਮ ਹੈ ਸਾਹਿਬ ਏ ਗੁਰਮੁਖ ਦੀ ਦਿਵ ਦ੍ਰਿਸ਼ਟੀ। ਬਹੁਤ ਸਾਰੇ ਅਲੰਕਾਰ, ਅਵਾਰਡ, ਖਿਤਾਬ, ਮਾਣ ਸਨਮਾਨ, ਰੂਹਾਨੀਅਤ ਨਾਲ ਲਬਰੇਜ਼ ਯੁੱਗ ਪੁਰਸ਼ ਸੱਚਖੰਡ ਵਾਸੀ ਗਿਆਨੀ ਸੰਤ ਸਿੰਘ ਜੀ ਮਸਕੀਨ ਨਾਲ ਜੁੜ ਕੇ ਖੁਦ ਬਖੁਦ ਸਨਮਾਨਿਤ ਹੋਏ ਹਨ। ਉਹ ਭਾਵੇਂ ਸਨਮਾਨ ਸਾਧ ਸੰਗਤ ਅਤੇ ਸ੍ਰੀ ਹਰਿਮੰਦਰ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਵੱਲੋਂ ਪੰਥ ਰਤਨ ਹੋਵੇ, ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵੱਲੋਂ ਗੁਰਮਤਿ ਮਾਰਤੰਡ ਹੋਵੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਗੁਰਦਾਸ ਅਵਾਰਡ ਹੋਵੇ। ਇਸੇ ਕੜੀ ਵਿੱਚ ਮੇਰੀ ਆਪਣੀ ਵੀ ਭਾਵਨਾ ਸ਼ਾਮਲ ਹੈ। ਇਸੇ ਪ੍ਰੇਮ ਅਤੇ ਸਤਿਕਾਰ ਭਰੀ ਭਾਵਨਾ ਵਿੱਚੋਂ ਅਚਾਨਕ ਨਿਕਲਿਆ ਸਾਹਿਬ ਏ ਗੁਰਮੁਖ, ਭਾਵ ਮਨ, ਬਚਨ ਤੇ ਕਰਮ ਤੋਂ ਗੁਰਮਤਿ ਵਿੱਚ ਲੀਨ ਗੁਰੂ ਪ੍ਰਵਾਨੇ ਗੁਰਮੁਖਾਂ ਵਿੱਚੋਂ ਸ੍ਰੇਸ਼ਟ ਗੁਰਮੁਖ, ਜਿਸ ਨਜ਼ਰੀਏ ਤੋਂ ਦਾਸ ਨੇ ਉਹਨਾਂ ਦਾ ਦਰਸ਼ਨ ਅਨੁਭਵ ਕੀਤਾ ਹੈ, ਉਸ ਦੀ ਇੱਕ ਝਲਕ ਦਾ ਨਾਂ ਹੈ ਸਾਹਿਬ ਏ ਗੁਰਮੁਖ। ਵਾਕਿਆਤ ਗਾਲਬਨ 1995-96 ਦਾ ਹੋਵੇਗਾ। ਅੰਮ੍ਰਿਤਸਰ ਵਿਖੇ ਸ੍ਰੀ ਮੰਜੀ ਸਾਹਿਬ ਦੇ ਅਸਥਾਨ ਤੇ ਹਰ ਸਾਲ ਦੀ ਤਰ੍ਹਾਂ ਕਥਾ ਪ੍ਰਵਾਹ ਦੌਰਾਨ ਦਾਸ ਨੂੰ ਆਪ ਜੀ ਕਹਿਣ ਲੱਗੇ, ਆਜ਼ਾਦ ਜੀ, ਤੁਸੀਂ ਇੰਫਾਲ ਮਣੀਪੁਰ ਜਾਣਾ ਹੈ। ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ ਤੇ ਤੁਸੀਂ ਉੱਥੇ ਜਾਣ ਦੀ ਤਿਆਰੀ ਕਰ ਲਵੋ। ਉਹਨਾਂ ਦੀ ਨਿਰਮਲ ਸ਼ਖਸੀਅਤ ਅੱਗੇ ਜਵਾਬ ਦੇਣ ਦੀ ਮੇਰੀ ਕਦੇ ਹਿੰਮਤ ਨਹੀਂ ਸੀ ਹੋਈ, ਇਸ ਲਈ ਹਿੰਮਤ ਹੁਣ ਵੀ ਨਾ ਬਣ ਸਕੀ ਤੇ ਨਾ ਕਰ ਸਕਿਆ। ਭਾਵੇਂ ਮੈਂ ਹੋਰ ਕਿਸੇ ਅਸਥਾਨ ਤੇ ਗੁਰਪੁਰਬ ਤੇ ਜਾਣ ਦਾ ਆਪਣੇ ਤੌਰ ਤੇ ਪ੍ਰੋਗਰਾਮ ਬਣਾ ਚੁੱਕਿਆ ਸਾਂ। ਮੈਂ ਆਪਣੀ ਧਰਮ ਪਤਨੀ ਬੀਬੀ ਅਮਰਜੀਤ ਕੌਰ ਰਾਹੀਂ ਆਪਣੀ ਇਹ ਸਮੱਸਿਆ ਮਸਕੀਨ ਜੀ ਦੇ ਸਾਹਮਣੇ ਰੱਖੀ। ਸੁਣ ਕੇ ਮਸਕੀਨ ਜੀ ਕਹਿਣ ਲੱਗੇ ਕਿ ਚਲੋ ਕੋਈ ਗੱਲ ਨਹੀਂ, ਪਰ ਉਹਨਾਂ ਦੀ ਯਾਦਦਾਸ਼ਤ ਵਿੱਚ ਪਹਿਲੀ ਹੀ ਗੱਲ ਜੁੜੀ ਰਹੀ। ਅੰਮ੍ਰਿਤਸਰ ਸ੍ਰੀ ਮੰਜੀ ਸਾਹਿਬ ਵਾਲੇ ਗੁਰਮਤਿ ਸਮਾਗਮ ਤੋਂ ਬਾਅਦ ਆਪ ਜੀ ਆਪਣੇ ਨਿਵਾਸ ਅਸਥਾਨ ਅਲਵਰ ਰਾਜਸਥਾਨ ਵਿਖੇ ਮਾਤਾ ਪਿਤਾ ਜੀ ਦੀ ਯਾਦ ਵਿੱਚ ਪਹਿਲਾ ਗੁਰਮਤਿ ਸਮਾਗਮ, ਛੋਟਾ ਸਮਾਗਮ ਹਰ ਸਾਲ ਕਰਵਾਉਂਦੇ ਸਨ। ਦਾਸ ਵੀ ਯਥਾਯੋਗ ਮੌਸਮ ਤੇ ਲੋੜ ਅਨੁਸਾਰ ਤਿਆਰੀ ਕਰਕੇ ਅਲਵਰ ਪਹੁੰਚਿਆ ਤਾਂ ਕਹਿਣ ਲੱਗੇ, ਆਜ਼ਾਦ ਜੀ, ਸਫ਼ਰ ਬਹੁਤ ਲੰਬਾ ਹੈ। ਤੁਸੀਂ ਕੱਲ੍ਹ ਦੀ ਅੰਮ੍ਰਿਤ ਵੇਲੇ ਦੀ ਹਾਜ਼ਰੀ ਲਗਵਾ ਕੇ ਦਿੱਲੀ ਤੋਂ ਗੁਹਾਟੀ ਅਸਾਮ ਦੀ ਟ੍ਰੇਨ ਪਕੜਨੀ ਹੈ, ਇਸ ਲਈ ਤਿਆਰੀ ਕਰਕੇ ਆਏ ਹੋ ਨਾ। ਮੈਂ ਆਪਣੇ ਸੁਭਾਅ ਮੁਤਾਬਕ ਹੁਣ ਵੀ ਨਾ ਕਰ ਸਕਿਆ ਤੇ ਹਾਂ ਕਹਿ ਕੇ ਸਹਿਮਤੀ ਦੇ ਦਿੱਤੀ, ਪਰ ਅੰਦਰੋਂ ਮੈਂ ਬਹੁਤ ਘਬਰਾ ਗਿਆ, ਕਿਉਂਕਿ ਨਾ ਤਾਂ ਮੇਰੇ ਕੋਲ ਟ੍ਰੇਨ ਦੀ ਰਿਜ਼ਰਵੇਸ਼ਨ ਟਿਕਟ ਸੀ, ਨਾ ਹੀ ਮੌਸਮ ਅਨੁਸਾਰ ਕੋਲ ਕੱਪੜੇ ਸਨ ਤੇ ਨਾ ਹੀ 2 ਰਾਤਾਂ ਤੇ 1.5 ਦਿਨ ਦੀ ਤਿਆਰੀ। ਇਹ ਉਹਨਾਂ ਦਿਨਾਂ ਦੀ ਗਾਥਾ ਹੈ ਜਦੋਂ ਮੋਬਾਈਲ ਫੋਨ ਵੀ ਨਹੀਂ ਸਨ ਹੁੰਦੇ, ਇਸ ਲਈ ਨਾ ਤਾਂ ਘਰ ਅਤੇ ਨਾ ਹੀ ਪ੍ਰਵਾਨ ਕੀਤੇ ਹੋਏ ਪ੍ਰੋਗਰਾਮ ਦੇ ਪ੍ਰਬੰਧਕਾਂ ਨਾਲ ਸੰਪਰਕ ਹੋ ਸਕਿਆ। ਬਸ ਮੇਰੇ ਅੰਦਰ ਇੱਕ ਹੀ ਭਾਵਨਾ ਸੀ ਕਿ ਹੁਣ ਹੁਕਮ ਦੀ ਤਾਮੀਲ ਕਰਨੀ ਹੈ, ਨਤੀਜਾ ਜੋ ਹੁੰਦਾ ਸੋ ਹੋਵੇ। ਮੈਂ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਤਿਆਰ ਕਰਕੇ ਅਗਲੇ ਦਿਨ ਦਿੱਲੀ ਨੂੰ ਰਵਾਨਾ ਹੋ ਗਿਆ। ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਆਪਣਾ ਸਾਮਾਨ ਟਿਕਾ ਕੇ ਗੁਰੂ ਦਰਬਾਰ ਅੰਦਰ ਜਾ ਨਮਸਕਾਰ ਕੀਤੀ ਅਤੇ ਅਰਦਾਸ ਕੀਤੀ ਕਿ ਹੇ ਵਾਹਿਗੁਰੂ, ਆਪ ਅੰਗ ਸੰਗ ਰਹਿੰਦਿਆਂ ਰਹਿਮਤ ਕਰਕੇ ਗੁਰਮੁਖ ਜੀ ਦੀ ਭਾਵਨਾ ਅਨੁਸਾਰ ਅਗਲੀ ਯਾਤਰਾ ਵਿੱਚ ਸਹਾਈ ਹੋਣ ਦੀ ਕਿਰਪਾਲਤਾ ਕਰਨੀ। ਹੁਣ ਰਿਜ਼ਰਵੇਸ਼ਨ ਦਾ ਤਾਂ ਸਵਾਲ ਹੀ ਨਹੀਂ ਸੀ। ਜਨਰਲ ਟਿਕਟ ਲੈਣ ਲਈ ਜਦ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਤੇ ਪਹੁੰਚਿਆ ਤਾਂ ਜਨਰਲ ਟਿਕਟ ਖਿੜਕੀ ਤੇ ਭੀੜ ਦਾ ਜੋ ਹਾਲ ਸੀ, ਉਹਨੂੰ ਵੇਖ ਕੇ ਮੇਰੇ ਹੱਥ ਪੈਰ ਫੁੱਲਣ ਲੱਗ ਪਏ। ਇਤਨਾ ਜ਼ਿਆਦਾ ਰਸ਼ ਸੀ ਕਿ ਜੇ ਵਾਰੀ ਉਡੀਕਾਂ ਤਾਂ ਵਾਰੀ ਆਉਣ ਤੱਕ ਗੁਹਾਟੀ ਜਾਣ ਵਾਲੀ ਗੱਡੀ ਗਾਜ਼ੀਆਬਾਦ ਵੀ ਲੰਘ ਜਾਏ। ਪਤਾ ਨਹੀਂ ਕਿਸ ਨੇ ਪ੍ਰੇਰਨਾ ਦਿੱਤੀ ਕਿ ਭੀੜ ਨੂੰ ਕੰਟਰੋਲ ਕਰ ਰਹੇ
ASI ਰੈਂਕ ਮੁਲਾਜ਼ਮ ਨੂੰ ਮੈਂ ਜਾ ਬੇਨਤੀ ਕੀਤੀ। ਮੈਂ ਆਖਿਆ, ਭਾਈ ਸਾਹਿਬ, ਜਿਸ ਪ੍ਰਚਾਰਕ ਨੇ ਗੁਹਾਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਯੰਤੀ ਪ੍ਰੋਗਰਾਮ ਤੇ ਜਾਣਾ ਸੀ, ਉਸਨੇ ਨਾ ਟਾਲੇ ਜਾਣ ਵਾਲੇ ਕਾਰਨਾਂ ਕਰਕੇ ਆਪਣੀ ਯਾਤਰਾ ਟਾਲ ਦਿੱਤੀ ਹੈ। ਉਸ ਦੀ ਥਾਂ ਮੈਨੂੰ ਹੁਕਮ ਹੋਇਆ ਹੈ ਕਿ ਜਯੰਤੀ ਕਾਰਜਾਂ ਵਿੱਚ ਬਤੌਰ ਇਹ ਪ੍ਰਚਾਰਕ ਸ਼ਾਮਲ ਹੋਵਾਂ। ਉਸ ਮੁਸਾਫਰ ਦੀ ਟਿਕਟ ਤੇ ਮੈਂ ਸਫ਼ਰ ਨਹੀਂ ਕਰ ਸਕਦਾ। ਆਪਣੀ ਮੇਰੀ ਰਿਜ਼ਰਵੇਸ਼ਨ ਹੈ ਨਹੀਂ। ਜਨਰਲ ਟਿਕਟ ਲਾਈਨ ਵਿੱਚ ਲੱਗਿਆਂ ਟ੍ਰੇਨ ਚਲੀ ਜਾਏਗੀ। ਟਿਕਟ ਲੈਣ ਲਈ ਆਪ ਕੁਝ ਮਦਦ ਕਰੋ। ਉਸ ਭਲੇ ਮਾਨਸ ਨੂੰ ਪਤਾ ਨਹੀਂ ਕੀ ਸੁੱਝਿਆ ਤੇ ਮੇਰੀ ਬਾਂਹ ਪਕੜ ਕੇ ਸਿੱਧਾ ਟਿਕਟ ਖਿੜਕੀ ਤੇ ਲੈ ਗਿਆ। ਕਲਰਕ ਨੂੰ ਕਹਿਣ ਲੱਗਾ ਕਿ ਇਸ ਸਰਦਾਰ ਨੂੰ ਪਹਿਲਾਂ ਟਿਕਟ ਦੇ ਦਿਓ। ਉਹ ਕਲਰਕ ਮੇਰੀ ਚਿੱਟੀ ਦਾੜੀ ਵੇਖ ਕੇ ਕਹਿਣ ਲੱਗਾ ਕਿ ਸੀਨੀਅਰ ਸਿਟੀਜ਼ਨ ਦੀ ਟਿਕਟ ਬਣਾ ਦੇਵਾਂ। ਮੈਂ ਬੇਨਤੀ ਕੀਤੀ ਕਿ ਅਜੇ ਮੈਂ ਸੀਨੀਅਰ ਸਿਟੀਜ਼ਨ ਦੀ ਸਨਮਾਨਿਤ ਸਥਿਤੀ ਦੇ ਯੋਗ ਨਹੀਂ ਬਣਿਆ, ਇਸ ਲਈ ਪੂਰੀ ਟਿਕਟ ਦੇ ਦਿਓ। ਮੈਂ ਟਿਕਟ ਲੈ ਕੇ ਫਿਰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਪਹੁੰਚ ਕੇ ਆਪਣਾ ਸਾਮਾਨ ਲਿਆ ਅਤੇ ਜਲਦੀ ਤੋਂ ਜਲਦੀ ਸਟੇਸ਼ਨ ਪਹੁੰਚਣ ਲਈ ਯਤਨ ਕਰਦਿਆਂ ਮਾਨਸਿਕ ਤੌਰ ਤੇ ਉਤੇਜਿਤ ਜਾਂ ਪਰੇਸ਼ਾਨ ਹੋਣ ਦੀ ਥਾਂ ਸਹਿਜ ਵਿੱਚ ਹੀ ਚਾਲੇ ਪਾ ਦਿੱਤੇ। ਮੈਂ ਆਪਣੀ ਅਵਸਥਾ ਤੇ ਆਪ ਵੀ ਹੈਰਾਨ ਸਾਂ। ਜਦ ਮੈਂ ਸਟੇਸ਼ਨ ਤੇ ਪਹੁੰਚਿਆ ਤਾਂ ਗੱਡੀ ਦੀ ਰਵਾਨਗੀ ਲਈ ਹਰੀ ਝੰਡੀ ਲਹਿਰਾਈ ਜਾ ਰਹੀ ਸੀ। ਬਸ ਮੇਰੇ ਸਾਹਮਣੇ ਜਿਹੜਾ ਵੀ ਡੱਬਾ ਆਇਆ ਮੈਂ ਉਸੇ ਤੇ ਚੜ੍ਹ ਗਿਆ। ਇਹ ਡੱਬਾ S4 ਜਾਂ S5 ਸੀ, ਜੋ ਰਿਜ਼ਰਵੇਸ਼ਨ ਵਾਲਿਆਂ ਦਾ ਸੀ। ਇਸੇ ਡੱਬੇ ਵਿੱਚ ਕੁਝ ਫੌਜੀ ਵੀ ਮੇਰੀ ਹਾਲਤ ਵਾਂਗ ਸਫ਼ਰ ਕਰ ਰਹੇ ਸਨ। ਉਹ ਵੀ ਦਰਵਾਜ਼ੇ ਦੇ ਨੇੜੇ ਬਾਥਰੂਮ ਦੇ ਲਾਗੇ ਆਪਣਾ ਸਾਮਾਨ ਟਿਕਾ ਕੇ ਆਪਸ ਵਿੱਚ ਗੱਲਬਾਤ ਕਰ ਰਹੇ ਸਨ ਕਿ ਹੁਣ ਭਾਵੇਂ ਜੋ ਮਰਜ਼ੀ ਹੋਵੇ, ਇਸੇ ਡੱਬੇ ਵਿੱਚ ਸਫ਼ਰ ਕਰਨਾ ਹੈ। ਮੈਂ ਵੀ ਹੌਲੀ ਜਿਹੀ ਉਹਨਾਂ ਨਾਲ ਰਲ ਗਿਆ। ਗੱਡੀ ਸਟੇਸ਼ਨ ਨੂੰ ਛੱਡ ਚੁੱਕੀ ਸੀ। ਮੈਂ ਹੌਲੀ ਜਿਹੀ ਦਰਵਾਜ਼ੇ ਤੋਂ ਪਹਿਲੇ ਕੈਬਨ ਦੀ ਪਹਿਲੀ ਹੀ ਸੀਟ ਤੇ ਸੁੰਗੜ ਕੇ ਬੈਠ ਗਿਆ ਕਿ ਜੇ ਕੋਈ ਇਤਰਾਜ਼ ਕਰੇਗਾ ਤਾਂ ਉੱਠ ਜਾਵਾਂਗਾ, ਪਰ ਕਿਸੇ ਨੇ ਕੋਈ ਇਤਰਾਜ਼ ਨਾ ਕੀਤਾ। ਜਿਵੇਂ ਸਾਰਿਆਂ ਦੇ ਮਨ ਵਿੱਚ ਕੋਈ ਦਇਆ ਹੋਵੇ ਜੋ ਉਹਨਾਂ ਦੀ ਤੱਕਣੀ ਤੋਂ ਅਨੁਭਵ ਹੋ ਰਹੀ ਸੀ। ਰਾਤ ਦਾ ਸਮਾਂ ਸੀ ਤੇ ਜਦ ਸਾਰੀਆਂ ਸਵਾਰੀਆਂ ਆਪਣੀਆਂ ਆਪਣੀਆਂ ਸੀਟਾਂ ਤੇ ਸੌਣ ਦੀ ਤਿਆਰੀ ਕਰ ਰਹੀਆਂ ਸਨ ਤਾਂ ਮੈਂ ਵੀ ਹੌਲੀ ਹੌਲੀ ਸਵੇਰ ਦੀਆਂ ਪੜ੍ਹੀਆਂ ਤੇ ਹੁਣ ਰੱਦੀ ਹੋ ਚੁੱਕੀਆਂ ਅਖਬਾਰਾਂ ਨੂੰ 2 ਸੀਟਾਂ ਦੇ ਵਿਚਕਾਰ ਵਾਲੇ ਫਰਸ਼ ਤੇ ਅਜੇ ਵਿਛਾ ਹੀ ਰਿਹਾ ਸਾਂ ਤੇ ਸੋਚਿਆ ਕਿ ਰਾਤ ਹੀ ਕੱਟਣੀ ਹੈ, ਇੱਥੇ ਕੱਟ ਲਵਾਂਗਾ। ਨਾਲ ਹੀ ਨਾਲ ਟਿਕਟ ਚੈਕਰ ਦਾ ਡਰ ਵੀ ਅੰਦਰੇ ਹੀ ਅੰਦਰ ਹਿਲ ਜੁਲ ਕਰ ਰਿਹਾ ਸੀ। ਇੰਨੇ ਨੂੰ ਇਸੇ ਡੱਬੇ ਵਿੱਚ ਰੇਲਵੇ ਪ੍ਰੋਟੈਕਸ਼ਨ ਫੋਰਸ ਦੀ ਟ੍ਰੇਨ ਚੌਂਕੀ ਦਾ ਬੋਰਡ ਲੱਗ ਗਿਆ। ਹੁਣ ਪੁਲਿਸ ਦਾ ਡਰ ਵੀ ਮਨ ਅੰਦਰ ਆ ਵੜਿਆ। ਮੈਂ ਕੁਝ ਹੌਸਲਾ ਕਰਕੇ ਚੌਂਕੀ ਇੰਚਾਰਜ ਨਾਲ ਗੱਲਬਾਤ ਦੀ ਸਾਂਝ ਪਾਉਂਦਿਆਂ ਉਸ ਨੂੰ ਆਪਣੀ ਪਰਿਸਥਿਤੀ ਬਾਰੇ ਦੱਸ ਦਿੱਤਾ। ਇੰਚਾਰਜ ਨੇ ਬੜੀ ਹਲੀਮੀ ਨਾਲ ਮੇਰੀ ਗੱਲ ਸੁਣੀ ਤੇ ਉਸ ਦੇ ਉੱਤਰ ਤੋਂ ਮੈਂ ਸੰਤੁਸ਼ਟ ਹੋ ਗਿਆ। ਉਸ ਨੇ ਮੈਨੂੰ ਕੇਵਲ ਆਪਣੀ ਸਹਿਮਤੀ ਹੀ ਨਹੀਂ ਦਿੱਤੀ, ਸਗੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਜੀਵਨ ਫਲਸਫੇ ਅਤੇ ਬਾਣੀ ਬਾਰੇ ਵਾਕਫੀਅਤ ਲੈਣ ਲੱਗ ਪਿਆ। ਇਸ ਵਾਰਤਾਲਾਪ ਵਿੱਚ ਖਾਮੋਸ਼ੀ ਸਹਿਤ ਸਾਰੇ ਕੈਬਨ ਦੇ ਮੁਸਾਫਰ ਵੀ ਸ਼ਾਮਲ ਹੋ ਗਏ। ਇੰਨੇ ਨੂੰ ਟਿਕਟ ਚੈਕਰ ਵੀ ਆ ਗਿਆ। ਅਜੇ ਮੈਂ ਆਪਣੀ ਮਜਬੂਰੀ ਬਾਰੇ ਦੱਸਣ ਹੀ ਲੱਗਾ ਸਾਂ ਕਿ ਮੇਰੇ ਤੋਂ ਵੀ ਪਹਿਲਾਂ ਚੌਂਕੀ ਇੰਚਾਰਜ ਨੇ ਆਪ ਹੀ ਮੇਰੀ ਮਜਬੂਰੀ ਤੇ ਜ਼ਰੂਰਤ ਤੋਂ ਟਿਕਟ ਚੈਕਰ ਨੂੰ ਜਾਣੂ ਕਰਵਾ ਦਿੱਤਾ। ਟਿਕਟ ਚੈਕਰ ਵੀ ਆਪਣੀ ਸਹਿਮਤੀ ਦੇ ਕੇ ਥੋੜੇ ਸਮੇਂ ਲਈ ਚੱਲ ਰਹੀ ਗੁਰਮਤਿ ਵਾਰਤਾ ਵਿੱਚ ਸ਼ਾਮਲ ਹੋ ਗਿਆ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਕੌਤਕ ਕੀ ਵਰਤ ਰਿਹਾ ਹੈ। ਵਾਤਾਵਰਨ ਵੀ ਗੁਰਮਤਿ ਅਨੁਕੂਲ ਬਣਿਆ ਹੋਇਆ ਹੈ। ਫਿਰ ਮੇਰੇ ਅੰਦਰੋਂ ਆਵਾਜ਼ ਆਈ ਕਿ ਇਹ ਹੁਕਮ ਮੰਨਣ ਦਾ ਫਲ ਹੈ। ਇਸੇ ਡੱਬੇ ਦੇ ਇਸੇ ਹੀ ਕੈਬਨ ਵਿੱਚ ਕੋਈ ਸਾਬਕਾ ਫੌਜੀ ਆਪਣੀ ਬਹੂ ਭਾਵ ਨੂੰਹ ਅਤੇ 6-7 ਸਾਲ ਦੇ ਪੋਤਰੇ ਨਾਲ ਸਫ਼ਰ ਕਰ ਰਿਹਾ ਸੀ। ਪਤਾ ਨਹੀਂ ਉਸ ਦੇ ਮਨ ਅੰਦਰ ਕੀ ਵਿਚਾਰ ਆਇਆ। ਉਸਨੇ ਬਿਨਾਂ ਕੁਝ ਕਹੇ ਹੀ ਮੇਰੇ ਵੱਲੋਂ ਫਰਸ਼ ਤੇ ਵਿਛਾਈਆਂ ਹੋਈਆਂ ਸਾਰੀਆਂ ਅਖਬਾਰਾਂ ਇਕੱਠੀਆਂ ਕਰ ਦਿੱਤੀਆਂ।
ਮੈਂ ਸਮਝਿਆ ਕਿ ਇਸ ਨੂੰ ਮੇਰਾ ਇੱਥੇ ਟਿਕਣਾ ਪਸੰਦ ਨਹੀਂ ਅਤੇ ਪ੍ਰਵਾਨ ਵੀ ਨਹੀਂ ਹੋਵੇਗਾ। ਤਾਂ ਹੀ ਇਸ ਨੇ ਅਖਬਾਰਾਂ ਇਕੱਠੀਆਂ ਕਰ ਦਿੱਤੀਆਂ ਨੇ। ਉਸੇ ਵਕਤ ਉਸਨੇ ਆਪਣੀ ਨੂੰਹ ਨੂੰ ਇਸ਼ਾਰਾ ਕੀਤਾ ਕਿ ਬੱਚੇ ਨੂੰ ਆਪਣੇ ਨਾਲ ਪਾ ਲੈ। ਫਿਰ ਮੈਨੂੰ ਵਿਚਕਾਰਲੀ ਸੀਟ ਤੇ ਆਪਣਾ ਆਸਣ ਲਾਉਣ ਦਾ ਇਸ਼ਾਰਾ ਕਰ ਦਿੱਤਾ। ਇਹ ਸਭ ਕੁਝ ਮਿੰਟਾਂ ਸਕਿੰਟਾਂ ਵਿੱਚ ਹੀ ਵਾਪਰ ਗਿਆ। ਮੈਨੂੰ ਕੁਝ ਕਹਿਣ ਕਰਨ ਦਾ ਵਕਤ ਹੀ ਨਹੀਂ ਦਿੱਤਾ ਗਿਆ। ਮਸ਼ੀਨ ਵਾਂਗ ਮੈਂ ਵੀ ਉਸੇ ਤਰ੍ਹਾਂ ਫੌਜੀਆਂ ਕੋਲੋਂ ਆਪਣਾ ਸਾਮਾਨ ਚੁੱਕਿਆ ਅਤੇ ਸੀਟ ਥੱਲੇ ਟਿਕਾ ਕੇ ਰੱਖ ਦਿੱਤਾ। ਇਸ ਤਰ੍ਹਾਂ 2 ਰਾਤਾਂ ਤੇ 1.5 ਦਿਨ ਦਾ ਸਫ਼ਰ ਕਿਸ ਦੀ ਸਹਾਇਤਾ ਨਾਲ ਜਾਂ ਕਿਸ ਦੇ ਹੁਕਮ ਵਿੱਚ ਇਤਨਾ ਆਨੰਦਮਈ ਬੀਤਿਆ ਕਿ ਕੋਈ ਮਾਨਸਿਕ ਜਾਂ ਸਰੀਰਕ ਕਠਿਨਾਈ ਮਹਿਸੂਸ ਹੀ ਨਹੀਂ ਹੋਈ। ਜਦ ਗੁਹਾਟੀ ਅਸਾਮ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਹੁੰਚੇ ਤਾਂ ਉੱਥੋਂ ਦੇ ਮੈਨੇਜਰ ਸਾਹਿਬ ਇਤਨੇ ਪਿਆਰ ਅਤੇ ਉਤਸ਼ਾਹ ਨਾਲ ਮਿਲੇ ਜਿਵੇਂ ਪਹਿਲਾਂ ਹੀ ਉਡੀਕਦੇ ਹੋਣ। ਕਹਿਣ ਲੱਗੇ ਕਿ ਆਪ ਇਸ਼ਨਾਨ ਕਰਕੇ ਤਰੋ ਤਾਜ਼ਾ ਹੋਵੋ, ਤਦ ਤੱਕ ਮੈਂ ਚਾਹ ਨਾਸ਼ਤੇ ਦਾ ਪ੍ਰਬੰਧ ਕਰਦਾ ਹਾਂ। ਚਾਹ ਨਾਸ਼ਤਾ ਛਕ ਕੇ ਥੋੜਾ ਆਰਾਮ ਕਰ ਲੈਣਾ, ਫਿਰ ਤਦ ਤੱਕ ਮੈਂ ਗੁਹਾਟੀ ਤੋਂ ਇੰਫਾਲ ਜਾਣ ਵਾਲੀ ਟੂਰਿਸਟ ਬੱਸ ਦੀ ਟਿਕਟ ਅਗਾਊਂ ਹੀ ਲੈ ਆਵਾਂਗਾ। ਰਾਤ ਦਾ ਸਫ਼ਰ ਹੈ, ਆਰਾਮ ਨਾਲ ਤੈਅ ਹੋ ਜਾਏਗਾ। ਮੈਂ ਹੈਰਾਨ ਸਾਂ ਕਿ ਕਿਹੜੀ ਦਿਵ ਸ਼ਕਤੀ ਕੰਮ ਕਰ ਰਹੀ ਹੈ ਜੋ ਮੇਰੇ ਸਫ਼ਰ ਦਾ ਪਹਿਲਾਂ ਹੀ ਪ੍ਰਬੰਧ ਕਰੀ ਜਾ ਰਹੀ ਹੈ। ਫਿਰ ਅੰਦਰੋਂ ਸਵੈ ਚੇਤਨਾ ਉਤਰ ਦੇਵੇ ਕਿ ਇਹ ਸਭ ਸਾਹਿਬ ਇਹ ਗੁਰਮੁਖ ਦੀਆਂ ਆਸੀਸਾਂ ਤੇ ਭਾਵਨਾਵਾਂ ਅੰਗ ਸੰਗ ਹੋ ਕੇ ਕ੍ਰਿਸ਼ਮਾ ਵਰਤਾ ਰਹੀਆਂ ਹਨ। ਗੁਹਾਟੀ ਗੁਰਦੁਆਰਾ ਸਾਹਿਬ ਤੋਂ ਹਾਜ਼ਰੀ ਭਰ ਕੇ ਗੁਰੂ ਕਾ ਲੰਗਰ ਛਕ ਕੇ ਰਾਤ ਲਗਭਗ 10 ਵਜੇ ਬੱਸ ਦਾ ਪਹਾੜੀ ਸਫ਼ਰ ਸ਼ੁਰੂ ਹੋ ਗਿਆ। ਇੱਧਰ ਪੂਰਬੀ ਸਟੇਟਾਂ ਵਿੱਚ ਪਾਸ ਸਿਸਟਮ ਚੱਲਦਾ ਹੈ। ਸਟੇਟ ਤੋਂ ਬਾਹਰੋਂ ਆਏ ਹਰ ਮੁਸਾਫਰ ਜਾਂ ਟੂਰਿਸਟ ਨੂੰ ਸਟੇਟ ਵਿੱਚ ਖਾਸ ਕਰਕੇ ਨਾਗਾਲੈਂਡ ਵਿੱਚੋਂ ਲੰਘਣ ਲਈ ਪਾਸ ਲੈਣਾ ਜ਼ਰੂਰੀ ਹੁੰਦਾ ਹੈ। ਮੇਰੇ ਲਈ ਉਸ ਪਾਸ ਦਾ ਪ੍ਰਬੰਧ ਨਾ ਹੋ ਸਕਿਆ ਕਿਉਂਕਿ ਸ਼ਾਮ 5 ਵਜੇ ਤੱਕ ਦਫ਼ਤਰ ਬੰਦ ਹੋ ਚੁੱਕੇ ਸਨ। ਜਦ ਦੀਮਾਪੁਰ ਸਰਹੱਦ ਤੇ ਚੈਕਿੰਗ ਹੋਈ ਤਾਂ ਲੰਬੇ ਸਫ਼ਰ ਦੇ ਥਕੇਵੇਂ ਕਰਕੇ ਮੈਨੂੰ ਪੂਰੀ ਨੀਂਦ ਆਈ ਹੋਈ ਸੀ। ਸਾਰੀਆਂ ਸਵਾਰੀਆਂ ਦੀ ਚੈਕਿੰਗ ਹੋ ਗਈ। ਜਦੋਂ ਮੈਨੂੰ ਇੱਕ ਪੁਲਿਸ ਮੁਲਾਜ਼ਮ ਜਗਾਉਣ ਲੱਗਾ ਤਾਂ ਪਤਾ ਨਹੀਂ ਕਿਸ ਨੇ ਕਹਿ ਦਿੱਤਾ ਕਿ ਇਸ ਦਾ ਵੀ ਪਾਸ ਚੈੱਕ ਹੋ ਚੁੱਕਾ ਹੈ। ਉਹ ਮੁਲਾਜ਼ਮ ਚੁੱਪਚਾਪ ਬੱਸ ਵਿੱਚੋਂ ਉਤਰ ਗਿਆ। ਅੱਗੇ ਨਾਗਾਲੈਂਡ ਦੀ ਰਾਜਧਾਨੀ ਕੋਹਿਮਾ ਵਿਖੇ ਸਵੇਰੇ ਨਾਸ਼ਤਾ ਕਰਕੇ ਅਤੇ ਦੁਪਹਿਰ ਤੱਕ ਇੰਫਾਲ ਪਹੁੰਚ ਕੇ ਮਨ ਤੇ ਤਨ ਬਹੁਤ ਆਰਾਮ ਵਿੱਚ ਸਨ। ਫਿਰ ਜਿਤਨੇ ਦਿਨ ਪ੍ਰਬੰਧਕਾਂ ਨੇ ਹੁਕਮ ਕੀਤਾ ਤਦ ਤੱਕ ਸੇਵਾ ਨਿਭਾਉਣ ਦੀ ਖੁਸ਼ੀ ਪ੍ਰਾਪਤ ਹੋਈ। ਇਹ ਸਾਰੀ ਯਾਤਰਾ ਇੱਕ ਸੁਖਦਾਇਕ ਸੁਪਨ ਅਵਸਥਾ ਵਿੱਚ ਕਿਵੇਂ ਹੋ ਗਈ, ਬਹੁਤ ਦੇਰ ਬਾਅਦ ਹੌਲੀ ਹੌਲੀ ਸਮਝ ਆਉਣ ਲੱਗੀ। ਜਦ 18 ਫਰਵਰੀ ਸਨ 2005 ਨੂੰ ਭਾਣਾ ਵਰਤਿਆ ਤਾਂ ਬਹੁਤ ਸਾਰੇ ਲੋਕਾਂ ਦੀਆਂ, ਸੰਗਤਾਂ ਦੀਆਂ, ਗੁਰਮੁਖ ਜਨਾਂ ਦੀਆਂ ਭਾਵਨਾਵਾਂ ਤੋਂ ਸਮਝ ਆਇਆ ਕਿ ਗਿਆਨੀ ਸੰਤ ਸਿੰਘ ਜੀ ਮਸਕੀਨ, ਜਿਨ੍ਹਾਂ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ 5 ਤੱਤਾਂ ਦਾ ਇਨਸਾਨੀ ਵਜੂਦ ਹੀ ਸਮਝਿਆ, ਬੱਚਿਆਂ ਨੇ ਕੇਵਲ ਪਿਤਾ ਤੱਕ ਹੀ ਸੋਚ ਸਫ਼ਰ ਕੀਤਾ ਹੈ। ETC ਚੈਨਲ ਦੇ ਕੋਹਲੀ ਸਾਹਿਬ ਵੀ ਆਪਣੀਆਂ ਭਾਵਨਾਵਾਂ ਨੂੰ ਚੈਨਲ ਤੱਕ ਹੀ ਸੀਮਿਤ ਸਮਝਦੇ ਰਹੇ, ਪਰੰਤੂ ਹੁਣ ਪਤਾ ਲੱਗ ਰਿਹਾ ਹੈ ਕਿ ਇਹ ਮਨੁੱਖੀ ਵਜੂਦ ਵਿੱਚ ਵਿਚਰਦੀ ਹੋਈ ਆਤਮਿਕ ਅੰਸ਼ ਨੇ ਆਪਣੇ ਮੂਲ ਪਰਮ ਅੰਸ਼ ਨੂੰ ਕੇਵਲ ਸਮਝਿਆ ਹੀ ਨਹੀਂ, ਸਗੋਂ ਆਤਮਸਾਤ ਹੋਈ ਵੀ ਜਾ ਰਹੀ ਸੀ। ਬਸ ਸਾਡੇ ਪਾਸ ਪਹਿਚਾਨਣ ਦੀ ਜੁਗਤ ਨਹੀਂ ਸੀ। ਜਿਸ ਨੂੰ ਉਹਨਾਂ ਨੇ ਆਪਣੀ ਨਜ਼ਰ ਵਿੱਚ ਰੱਖਿਆ ਉਸ ਦਾ ਸਫ਼ਰ ਹੀ ਨਹੀਂ, ਸਗੋਂ ਹੋਰ ਵੀ ਜੀਵਨ ਦੇ ਬਹੁਤ ਸਾਰੇ ਮਸਲੇ ਹੱਲ ਹੋ ਗਏ। ਜੀਵਨ ਸਫ਼ਰ ਆਸਾਨ ਹੋ ਗਿਆ, ਸਫ਼ਰ ਦੀ ਸਮਝ ਆ ਗਈ। ਦਾਸ ਨੇ ਤਾਂ ਅਲਵਰ ਵੱਡੇ ਸਮਾਗਮ ਸਮੇਂ ਆਪਣੇ ਅਨੁਭਵ ਵਿੱਚ ਆਏ ਵਲਵਲੇ ਇਸ ਤਰ੍ਹਾਂ ਬਿਆਨ ਕੀਤੇ ਕਿ ਇਸ ਗੁਰਮੁਖ ਪੁਰਸ਼ ਦੇ ਅਕਾਲ ਚਲਾਣੇ ਤੋਂ 50 ਸਾਲ ਮਗਰੋਂ ਪ੍ਰਤੱਖ ਅਨੁਭਵੀ ਮੂਰਤ ਸਾਹਮਣੇ ਆਏਗੀ ਜੋ ਮਸਕੀਨ ਜੀ ਨੂੰ ਸਹੀ ਰੂਪ ਵਿੱਚ ਸਾਹਿਬੇ ਗੁਰਮੁਖ ਦੇ ਰੂਪ ਵਿੱਚ ਸਥਾਪਿਤ ਕਰੇਗੀ। ਉਦੋਂ ਤੱਕ ਸੰਸਾਰਕ, ਪਰਿਵਾਰਕ ਤੇ ਵਿਚਾਰਕ, ਆਲੋਚਕ ਤੇ ਸ਼ਰਧਾਵਾਨ
ਦਾਅਵਿਆਂ ਦਾ ਬੂਰ ਨਿੱਤਰ ਚੁੱਕਾ ਹੋਵੇਗਾ। ਇਹ ਯਾਤਰਾ ਤਾਂ ਇੱਕ ਵੰਨਗੀ ਮਾਤਰ ਹੀ ਸੀ ਕਿ ਪਿੱਛੇ ਪਰਿਵਾਰ ਨੂੰ ਵੀ ਕੋਈ ਚਿੰਤਾ ਨਹੀਂ ਸੀ ਤੇ ਮੰਨੇ ਹੋਏ ਪ੍ਰੋਗਰਾਮ ਦੇ ਪ੍ਰਬੰਧਕਾਂ ਵੱਲੋਂ ਵੀ ਕੋਈ ਉਲਾਮਾ ਨਹੀਂ ਮਿਲਿਆ। ਇਸ ਅਨੁਭਵ ਜਾਂ ਵਰਤਾਰੇ ਨੂੰ ਅੱਜ ਕੋਈ ਵੀ ਰੂਪ ਦੇਣਾ ਜਾਂ ਨਾਮ ਦੇਣਾ ਮੁਨਾਸਬ ਨਹੀਂ ਹੋਵੇਗਾ। ਬਸ ਵਡਭਾਗੇ ਹਾਂ ਕਿ ਇਸ ਸਾਹਿਬੇ ਗੁਰਮੁਖ ਦੇ ਜੀਵਨ ਵਿੱਚ ਸਾਨੂੰ ਆਪਣੇ ਕਰਮਾਂ ਅਨੁਸਾਰ ਪਿਆਰ, ਪ੍ਰਵਾਨਗੀ, ਵਿਚਰਨ ਤੇ ਉਹਨਾਂ ਦੇ ਪਿਆਰ ਭਰੇ ਮਾਰਗਦਰਸ਼ੀ ਸ਼ਬਦਾਂ ਨੂੰ ਮੰਨਣ ਤੇ ਸੁਣਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।